ਗੁੱਡ ਮੋਰਨਿੰਗ ਸਟੂਡੈਂਟਸ। ਆਪਾਂ ਕਰ ਰਹੇ ਸੀਗੇ ਕਾਰਨਵਾਲਿਸ ਦੇ ਸੁਧਾਰ। ਕੁਝ ਕੁ ਸੁਧਾਰ ਉਹਨਾਂ ਦੇ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਰੀਡ ਕਰ ਲਏ ਸੀ। ਸੋ ਅੱਜ ਆਪਾਂ ਗੱਲ ਕਰਾਂਗੇ ਕਾਰਨਵਾਲਿਸ ਦੇ ਸਭ ਤੋਂ ਮਹੱਤਵਪੂਰਨ ਸੁਧਾਰ ਦੀ, ਜਿਸ ਦਾ ਨਾਮ ਹੈਗਾ ਭੂਮੀ ਕਰ ਵਿਵਸਥਾ ਵਿੱਚ ਸੁਧਾਰ, ਜਾਂ ਫਿਰ ਆਪਾਂ ਇਸ ਨੂੰ ਬੰਗਾਲ ਦਾ ਸਥਾਈ ਬੰਦੋਬਸਤ ਵੀ ਕਹਿ ਸਕਦੇ ਹਾਂ। ਭਾਵ ਕਿ ਪਰਮਾਨੈਂਟ ਸੈਟਲਮੈਂਟ ਆਫ ਬੰਗਾਲ। ਬੰਗਾਲ ਦੀ ਪਰਮਾਨੈਂਟ ਜਿਹੜੀ ਸੈਟਲਮੈਂਟ ਕੀਤੀ ਸੀਗੀ ਕਾਰਨਵਾਲਿਸ ਨੇ, ਉੱਥੇ ਜਿਹੜਾ ਭੂਮੀਕਰ ਵਿਵਸਥਾ ਦੇ ਵਿੱਚ ਸੁਧਾਰ ਕੀਤਾ ਸੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਟਰੋਡਕਸ਼ਨ ਦੀ। ਇੰਟਰੋਡਕਸ਼ਨ ਦੇ ਵਿੱਚ ਰਾਜੇ ਹੈਗੇ ਕਿ ਭੂਮੀਕਰ ਵਿਵਸਥਾ ਤੋਂ ਭਾਵ ਹੁੰਦਾ ਹੈ ਕਿ ਜ਼ਮੀਨ, ਭੂਮੀ ਮੀਨਜ਼ ਜ਼ਮੀਨ, ਕਰ ਮੀਨਜ਼ ਟੈਕਸ, ਜਿਹੜਾ ਕਿ ਜ਼ਮੀਨ ਦੇ ਉੱਪਰ ਟੈਕਸ ਲਾਇਆ ਜਾਂਦਾ, ਉਸ ਦੀ ਕੀ ਵਿਵਸਥਾ ਸੀ, ਕੀ ਸਿਸਟਮ ਸੀਗਾ ਕਿ ਜ਼ਮੀਨ ਦੇ ਉੱਤੇ ਜਿਹੜਾ ਸਰਕਾਰ ਟੈਕਸ ਲਾਉਂਦੀ ਹੈ, ਉਸ ਦਾ ਟੈਕਸ ਦਾ ਜਿਹੜਾ ਸਰਕਾਰ ਨੇ ਸਿਸਟਮ ਬਣਾਇਆ ਹੋਇਆ ਸੀ, ਉਸ ਦੇ ਵਿੱਚ ਸੁਧਾਰ ਕੀਤੇ ਸੀ ਕਾਰਨਵਾਲਿਸ ਨੇ। ਫਸਟ ਪੁਆਇੰਟ ਆਪਣਾ ਹੈਗਾ ਕਾਰਨਵਾਲਿਸ ਤੋਂ ਪਹਿਲਾਂ ਦੀ ਭੂਮੀਕਰ ਵਿਵਸਥਾ। ਇਸ ਚੀਜ਼ ਨੂੰ ਸਮਝਣ ਦੇ ਲਈ ਆਪਾਂ ਨੂੰ ਕਾਰਨਵਾਲਿਸ ਤੋਂ ਪਹਿਲਾਂ ਜਿਹੜਾ ਇਹ ਭੂਮੀਕਰ ਦਾ ਸਿਸਟਮ ਸੀ, ਇਹ ਕਿਵੇਂ ਦਾ ਸੀ, ਆਪਾਂ ਨੂੰ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਆਪਾਂ ਕਾਰਨਵਾਲਿਸ ਤੋਂ ਪਹਿਲਾਂ ਜਿਹੜਾ ਬੰਗਾਲ ਦਾ ਭੂਮੀਕਰ ਸਿਸਟਮ ਸੀ, ਉਸ ਦੇ ਵਿੱਚ ਸੀ ਜਿਹੜਾ 5 ਸਾਲਾ ਯੋਜਨਾ ਬਣਾਈ ਹੋਈ ਸੀਗੀ। ਇਹ 1772 ਦੇ ਵਿੱਚ ਲਾਗੂ ਕੀਤੀ ਗਈ ਸੀ 5 ਸਾਲਾ ਯੋਜਨਾ। ਇਸ ਦਾ ਭਾਵ ਸੀਗਾ ਕਿ ਭੂਮੀ ਕਰ ਨੂੰ 5 ਸਾਲਾਂ ਲਈ ਠੇਕੇ 'ਤੇ ਦਿੱਤਾ ਜਾਂਦਾ ਸੀ। ਭੂਮੀ ਨੂੰ ਜਿਹੜਾ 5 ਸਾਲਾਂ ਲਈ ਠੇਕੇ 'ਤੇ ਦਿੱਤਾ ਜਾਂਦਾ ਸੀ, ਪਰ 1777 ਈਸਵੀ ਦੇ ਵਿੱਚ ਇਹ ਜਿਹੜੀ 5 ਸਾਲਾ ਵਿਵਸਥਾ ਸੀ, ਇਹ ਖਤਮ ਕੀਤੀ ਗਈ ਅਤੇ ਇਸ ਦੀ ਥਾਂ 'ਤੇ ਸੀ ਜਿਹੜੀ 1 ਸਾਲਾ ਜਿਹੜਾ ਸਿਸਟਮ ਬਣਾ ਦਿੱਤਾ ਗਿਆ ਸੀ ਕਿ ਜ਼ਮੀਨ ਨੂੰ ਜਿਹੜਾ 1 ਸਾਲ ਲਈ ਹੀ ਠੇਕੇ 'ਤੇ ਦਿੱਤਾ ਜਾਵੇਗਾ, 1 ਸਾਲ ਬਾਅਦ ਦੁਬਾਰਾ ਉਸ ਦੀ ਬੋਲੀ ਹੋਵੇਗੀ। ਸੋ ਜਿਹੜੀ ਇਹ 1 ਸਾਲਾ ਯੋਜਨਾ ਸੀ, ਇਹ ਬਹੁਤ ਹੀ ਜਿਹੜੀ ਸੀ ਹਾਨੀਕਾਰਕ, ਬਹੁਤ ਹੀ ਦੋਸ਼ਪੂਰਨ ਸਿੱਧ ਹੋਈ, ਕਿਉਂਕਿ ਇਹਦੇ ਨਾਲ ਕੀ ਹੋਇਆ, ਪਹਿਲਾਂ ਸੀ ਜਿਹੜਾ ਜ਼ਿਮੀਂਦਾਰ ਸੀਗੇ, ਜਿਹੜੇ ਬੋਲੀ ਦੇ ਸਮੇਂ ਨਿਲਾਮੀ ਦੇ ਸਮੇਂ ਸੀ ਜਿਹੜੀ ਬਹੁਤ ਜ਼ਿਆਦਾ ਬੋਲੀ ਲਾ ਦਿੰਦੇ ਸੀਗੇ, ਪਰੰਤੂ ਪਿੱਛੋਂ ਉਹਨਾਂ ਨੂੰ ਸੀ ਜਿਹੜੀ ਲਗਾਨ ਦੀ ਆਮਦਨ ਤੋਂ ਓਨੀ ਰਕਮ ਨਹੀਂ ਹੁੰਦੀ ਸੀ। ਦੂਸਰਾ ਸੀਗਾ ਜ਼ਮੀਨ ਲਗਾਨ ਦੇ ਹਰ 1 ਸਾਲ ਠੇਕੇ 'ਤੇ ਦਿੱਤੇ ਜਾਣ ਕਾਰਨ ਜ਼ਮੀਨ ਦੀ ਦਸ਼ਾ ਸੀ ਜਿਹੜੀ, ਉਸ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ ਸੀ, ਕਿਉਂਕਿ ਜ਼ਿਮੀਂਦਾਰਾਂ ਨੂੰ ਪਤਾ ਸੀ ਕਿ ਇਹ ਜਿਹੜੀ ਜ਼ਮੀਨ ਹੈ ਸਾਡੇ ਕੋਲ ਸਿਰਫ 1 ਸਾਲ ਲਈ ਹੈ, ਸਾਨੂੰ ਇਸ ਨੂੰ ਹੋਰ ਉਪਜਾਊ ਬਣਾਉਣ ਵੱਲ ਧਿਆਨ ਦੇਣ ਦੀ ਕੀ ਲੋੜ ਹੈ, ਤੇ ਸਾਡੇ ਕੋਲ 1 ਸਾਲ ਲਈ, ਅਗਲੇ ਸਾਲ ਤਾਂ ਕਿਸੇ ਹੋਰ ਨੇ ਠੇਕੇ 'ਤੇ ਲੈ ਲੈਣੀ ਹੈ। ਸੋ ਇਹਦੇ ਨਾਲ ਵੀ ਹਾਨੀ ਹੋਈ, ਠੀਕ ਹੈ। ਸੋ ਤਾਂ ਜਿਹੜੀ ਇਹ 1 ਸਾਲਾ ਵਿਵਸਥਾ ਸੀ, ਇਹ ਬਹੁਤ ਜ਼ਿਆਦਾ ਜਿਹੜੀ ਸੀਗੀ ਦੋਸ਼ਪੂਰਨ ਸਿੱਧ ਹੋਈ, ਲੋਕ ਇਸ ਤੋਂ ਖੁਸ਼ ਨਹੀਂ ਸੀਗੇ। ਸੋ ਜਦੋਂ ਕਾਰਨਵਾਲਿਸ ਸੀ ਜਿਹੜਾ ਭਾਰਤ ਵਿੱਚ ਆਇਆ, ਤਾਂ ਉਸਨੇ ਆਪ ਇਹ ਗੱਲ ਮਹਿਸੂਸ ਕੀਤੀ ਕਿ ਖੇਤੀਬਾੜੀ ਅਤੇ ਜਿਹੜਾ ਵਪਾਰ ਹੈ ਉਹ ਗਿਰਾਵਟ ਵੱਲ ਜਾ ਰਿਹਾ ਹੈ। ਜ਼ਿਮੀਂਦਾਰ ਅਤੇ ਕਿਸਾਨ ਨੇ ਜਿਹੜੇ, ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਸਮਾਜ ਵਿੱਚ ਕੇਵਲ ਸ਼ਾਹੂਕਾਰਾਂ ਦੀ ਹੀ ਸ਼੍ਰੇਣੀ ਖੁਸ਼ਹਾਲ ਹੈਗੀ ਹੈ। ਤਾਂ ਜਿਹੜਾ ਕਾਰਨਵਾਲਿਸ ਨੇ ਸੀ, ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਇਹ ਨਿਸ਼ਚਿਤ ਕੀਤਾ ਸੀ ਕਿ ਇਹ ਜਿਹੜੀ ਭੂਮੀ ਕਰ ਜਿਹੜਾ ਸਿਸਟਮ ਚੱਲ ਰਿਹਾ ਹੈ, ਉਹ ਇਸ ਦੇ ਵਿੱਚ ਸੁਧਾਰ ਕਰੂਗਾ। ਇਹ ਜਿਹੜੀ 1 ਸਾਲ ਲਈ ਹੀ ਆਪਾਂ ਵੀ ਜ਼ਮੀਨ ਠੇਕੇ 'ਤੇ ਦੇ ਸਕਦੇ ਹਾਂ, ਇਸ ਚੀਜ਼ ਦੇ ਵਿੱਚ ਉਸਨੇ ਕੁਝ ਚੇਂਜ ਕੀਤੇ ਸੀਗੇ। ਅੱਗੇ ਆਪਾਂ ਗੱਲ ਕਰਦੇ ਹਾਂ ਸਥਾਈ ਬੰਦੋਬਸਤ ਦੀ ਸਥਾਪਨਾ ਦੀ। ਸਥਾਈ ਬੰਦੋਬਸਤ ਦੀ ਸਥਾਪਨਾ ਬਾਰੇ ਕਾਰਨਵਾਲਿਸ ਨੇ ਸੀ ਜਿਹੜਾ ਇਹ ਮਹਿਸੂਸ ਕੀਤਾ ਸੀ ਕਿ ਜਿਹੜੀ ਇਹ 1 ਸਾਲ ਦੇ ਲਈ ਜਿਹੜੀ ਜ਼ਮੀਨ ਹੈ ਇਹ ਠੇਕੇ 'ਤੇ ਲਈ ਜਾਂਦੀ ਹੈ, ਇਹ ਪ੍ਰਣਾਲੀ ਬਹੁਤ ਦੋਸ਼ਪੂਰਨ ਹੈ। ਉਸ ਨੂੰ ਜਿਹੜਾ ਇਹ ਜ਼ਮੀਨ ਦੇ ਜਿਹੜੀ ਟੈਕਸ ਦੀ ਵਿਵਸਥਾ ਸੀ, ਉਸਨੇ ਇਸ ਨੂੰ ਸੁਧਾਰਨ ਦੇ ਲਈ ਦਾ ਜਿਹੜਾ ਨਿਸ਼ਚਾ ਬਣਾਇਆ। ਸੋ ਉਸਨੇ ਸਭ ਤੋਂ ਪਹਿਲਾਂ ਕੀ ਕੀਤਾ, ਇਹ 1 ਸਾਲਾ ਯੋਜਨਾ ਨੂੰ ਸੀ ਜਿਹੜਾ 10 ਸਾਲਾ ਯੋਜਨਾ ਬਣਾਤਾ, ਜਿਹਨੂੰ ਕਿ 10 ਸਾਲਾ ਬੰਦੋਬਸਤ, ਭਾਵ ਕਿ ਉਹਨੇ ਜ਼ਮੀਨ ਦਾ 10 ਸਾਲਾਂ ਦਾ ਇਕੱਠਾ ਬੰਦੋਬਸਤ ਕਰਤਾ ਸੀ। ਇਹ ਉਸਨੇ 1790 ਈਸਵੀ ਦੇ ਵਿੱਚ ਕੀਤਾ ਸੀ। ਇਸ ਦੇ ਅਨੁਸਾਰ ਸੀ ਜਿਹੜਾ ਜ਼ਿਮੀਂਦਾਰਾਂ ਨੂੰ ਜ਼ਮੀਨ ਦਾ ਜਿਹੜਾ ਸੀ ਸਵਾਮੀ, ਭਾਵ ਕਿ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਜ਼ਮੀਨ ਦਾ ਜਿਹੜਾ ਮਾਮਲਾ ਸੀ ਉਹ 10 ਸਾਲਾਂ ਦੇ ਲਈ ਨਿਸ਼ਚਿਤ ਕਰ ਦਿੱਤਾ ਗਿਆ ਸੀ। ਪਰ ਬਾਅਦ ਦੇ ਵਿੱਚ ਇਹ 10 ਸਾਲਾ ਯੋਜਨਾ ਵੀ ਜਿਹੜੀ ਸੀਗੀ ਕਾਰਨਵਾਲਿਸ ਨੂੰ ਠੀਕ ਨਹੀਂ ਲੱਗੀ, ਤਾਂ ਉਸਨੇ ਕੀ ਸੀਗਾ, ਮਾਰਚ 1793 ਦੇ ਈਸਵੀ ਦੇ ਵਿੱਚ ਸੀ ਜਿਹੜਾ ਡਾਇਰੈਕਟਰਾਂ ਦੀ ਮਨਜ਼ੂਰੀ ਲੈ ਕੇ ਜਿਹੜਾ ਸੀ
ਉਸ ਨੇ ਇਹ 10 ਸਾਲਾ ਬੰਦੋਬਸਤ ਨੂੰ ਸਥਾਈ ਬੰਦੋਬਸਤ ਹੋਣ ਦਾ ਐਲਾਨ ਕਰ ਦਿੱਤਾ ਸੀ। ਇਹ ਜਿਹੜਾ ਬੰਦੋਬਸਤ ਸੀ ਇਹ ਬੰਗਾਲ, ਬਿਹਾਰ ਅਤੇ ਉੜੀਸਾ ਸਿਰਫ 3 ਜਗ੍ਹਾ 'ਤੇ ਹੀ ਸੀ ਜਿਹੜਾ ਲਾਗੂ ਕੀਤਾ ਗਿਆ ਸੀ। ਸਥਾਈ ਮੀਨਜ਼ ਪੱਕਾ ਬੰਦੋਬਸਤ ਕਿ ਸਾਰੀ ਉਮਰ ਦੇ ਲਈ ਉਹ ਕਰਤਾ ਸੀ ਉਹ। ਇਹ ਕਾਰਨਵਾਲ ਇਸ ਤੋਂ ਪਹਿਲਾਂ 1 ਸਾਲ ਦੇ ਲਈ ਜਿਹੜਾ ਭੂਮੀ ਸੀ, ਜਿਹੜੀ ਭੂਮੀ ਦਾ ਠੇਕੇ ਦਾ ਸਿਸਟਮ ਹੁੰਦਾ ਸੀ। ਕਾਰਨਵਾਲ ਇਸ ਨੇ ਜਦੋਂ ਅਹੁਦਾ ਸਾਂਭਿਆ ਤਾਂ ਇਹਨੇ ਪਹਿਲਾਂ 10 ਸਾਲ ਦਾ ਕੀਤਾ, ਫਿਰ ਇਹਨੂੰ 10 ਸਾਲ ਦਾ ਵੀ ਸਹੀ ਨਹੀਂ ਲੱਗਿਆ, ਫਿਰ ਇਸ ਨੇ ਸੀ ਜਿਹੜਾ ਉਸ ਨੂੰ ਸਥਾਈ ਉਹ ਕਰਤਾ, ਭਾਵ ਕਿ ਪੱਕਾ ਹੀ ਕਰਤਾ। ਤਾਂ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਬੰਗਾਲ ਦੇ ਸਥਾਈ ਬੰਦੋਬਸਤ ਤੋਂ ਕੀ ਭਾਵ ਹੈ। ਸਥਾਈ ਮੀਨਜ਼ ਪੱਕਾ, ਕਿ ਜਿਹੜਾ ਇਹ ਜ਼ਮੀਨ ਨੂੰ ਠੇਕੇ 'ਤੇ ਲੈਣ ਦੇਣ ਦਾ ਸਿਸਟਮ ਸੀ ਇਹ ਜਿਹੜਾ ਸੀ ਸਥਾਈ ਕਰਤਾ ਸੀ, ਇਹ ਪੱਕਾ ਹੀ ਕਰਤਾ ਸੀ ਕਿ ਸਾਰੀ ਉਮਰ ਦੇ ਲਈ। ਜ਼ਮੀਨ ਠੇਕੇ 'ਤੇ ਲੈਣ ਦੇਣ ਦਾ ਮਾਮਲਾ ਕੀ ਸੀ ਰਾਜੇ, ਕਿ ਜਿਹੜੇ ਜ਼ਿਮੀਂਦਾਰ ਸੀ ਉਹ ਜਿਹੜਾ ਟੈਕਸ, ਜ਼ਮੀਨ ਦਾ ਜਿਹੜਾ ਟੈਕਸ ਹੁੰਦਾ ਸੀ ਉਹ ਠੇਕੇ 'ਤੇ ਲੈਂਦੇ ਸੀਗੇ। ਭਾਵ ਕਿ ਜਿਵੇਂ ਕਿਸੇ ਦੀ ਜਿਹੜੀ ਮੰਨ ਲਓ ਕਿਸੇ ਕੋਲ 10 ਕਿੱਲੇ ਜ਼ਮੀਨ ਹੈ ਤਾਂ ਉਹ ਸੀ ਜਿਹੜੀ ਪਹਿਲਾਂ ਜਿਵੇਂ ਕਿ 10 ਸਾਲਾ ਜਦੋਂ ਬੰਦੋਬਸਤ ਹੁੰਦਾ ਸੀ, ਆਪਾਂ ਉਦੋਂ ਦੀ ਗੱਲ ਕਰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਕਿ ਕਿਸੇ ਕੋਲ 10 ਕਿੱਲੇ ਜ਼ਮੀਨ ਹੈਗੀ ਹੈ ਤਾਂ ਜਿਹੜੇ ਜ਼ਿਮੀਂਦਾਰ ਲੋਕ ਸੀਗੇ, ਇੱਕ ਜ਼ਿਮੀਂਦਾਰ ਨੂੰ ਸੀ ਜਿਹੜੀ ਉਹ 10 ਕਿੱਲੇ ਜ਼ਮੀਨ ਸੀ ਜਾਂ 15 ਕਿੱਲੇ ਜਿੰਨੀ ਵੀ ਕਹਿ ਲਓ, ਉਹ 10 ਸਾਲ ਦੇ ਲਈ ਇਕੱਠੀ ਸਮਾਈ ਜਾਂਦੀ ਸੀ। ਤਾਂ ਜਿਹੜਾ ਉਹ ਜ਼ਿਮੀਂਦਾਰ ਸੀਗਾ ਉਹ ਉਸ ਜ਼ਮੀਨ ਦੀ ਸੀ ਜਿਹੜੀ ਜਿੰਨੀ ਵੀ ਪੈਦਾਵਾਰ ਹੁੰਦੀ ਸੀ ਉਹ ਆਪ ਉਹਨੂੰ ਵੇਚਦਾ ਸੀਗਾ, ਉਸ ਦੇ ਵਿੱਚੋਂ ਉਹ ਸਰਕਾਰ ਨੂੰ ਟੈਕਸ ਦਿੰਦਾ ਸੀ। ਟੈਕਸ ਦੇ ਕੇ ਜਿਹੜਾ ਪੈਸਾ ਬਚਦਾ ਸੀ ਉਹ ਜ਼ਿਮੀਂਦਾਰ ਹੀ ਰੱਖਦਾ ਸੀਗਾ। ਇਹ ਸਿਸਟਮ ਸੀਗਾ। ਤਾਂ 10 ਸਾਲਾ ਯੋਜਨਾ ਕੀ ਸੀ, ਜਿਵੇਂ ਪਹਿਲਾਂ ਸੀ 1 ਸਾਲਾ ਯੋਜਨਾ, ਕਿ ਜਿਵੇਂ ਬੋਲੀ ਹੁੰਦੀ ਸੀ ਕਿਸੇ ਜ਼ਿਮੀਂਦਾਰ ਦੀ, ਕਿ ਮੰਨ ਲਓ ਵੀ ਇਹ ਜ਼ਮੀਨ ਹੈ, ਜਿਵੇਂ ਵੀ ਕਿਸੇ ਦੀ 5 ਕਿੱਲੇ ਜ਼ਮੀਨ ਹੈ ਤਾਂ ਉਸ 5 ਕਿੱਲਿਆਂ ਦੀ ਬੋਲੀ ਹੁੰਦੀ ਸੀ ਸਾਰੇ ਜ਼ਿਮੀਂਦਾਰਾਂ ਦੀ। ਕੋਈ ਕਹਿੰਦਾ ਸੀ ਵੀ ਮੈਂ ਸਰਕਾਰ ਨੂੰ ਇਸ 5 ਕਿੱਲਿਆਂ ਦਾ ਇੰਨਾ ਟੈਕਸ ਦੇਊਂ, ਕੋਈ ਕਹਿੰਦਾ ਸੀ ਇੰਨਾ ਦੇਊਂ, ਕੋਈ ਇੰਨਾ ਦੇਊਂ। ਜਿਹੜਾ ਸਭ ਤੋਂ ਵੱਧ ਟੈਕਸ ਦੇਣ ਨੂੰ ਮੰਨਦਾ ਸੀ ਉਹ ਜ਼ਮੀਨ ਉਸ ਨੂੰ ਸਮਾਈ ਜਾਂਦੀ ਸੀ। ਜਦੋਂ ਉਹਨੇ ਜ਼ਮੀਨ ਸਾਂਭ ਲਈ, ਜ਼ਿਮੀਂਦਾਰ ਤੋਂ ਬਾਅਦ ਆ ਕੇ ਕਿਸਾਨ ਉਸ 'ਤੇ ਖੇਤੀ ਕਰਦਾ ਸੀ। ਜਿਹੜੀ ਉਸ ਦੀ ਪੈਦਾਵਾਰ ਹੁੰਦੀ ਸੀ ਉਹ ਜ਼ਿਮੀਂਦਾਰ ਨੇ ਵੇਚਤੀ। ਪੈਦਾਵਾਰ ਦੇ ਵਿੱਚੋਂ ਟੈਕਸ ਦਿੱਤਾ ਸਰਕਾਰ ਨੂੰ, ਜਿੰਨਾ ਉਸਨੇ ਸਰਕਾਰ ਨਾਲ ਕਾਰਮਿਆ ਸੀ ਉਹ ਟੈਕਸ ਦੇਤਾ, ਬਾਕੀ ਜਿਹੜੀ ਪੈਦਾਵਾਰ ਸੀ ਉਹ ਰੱਖ ਲਈ। ਪਹਿਲਾਂ ਇਹ 1 ਸਾਲ ਦਾ ਸਿਸਟਮ ਹੁੰਦਾ ਸੀ, ਬਾਅਦ 'ਚ ਇਹ 10 ਦਾ ਕੀਤਾ ਗਿਆ। ਮੰਨ ਲਓ ਵੀ ਜਿਹੜੀ ਤਰੀਕ ਨੂੰ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਸਾਂਭ ਲਈ, ਉਹਦਾ ਜਿੰਨਾ ਟੈਕਸ ਦੇਣਾ ਹੈ ਉਹ 10 ਸਾਲਾਂ ਦਾ ਇਕੱਠਾ ਹੀ ਕਰ ਲਿਆ, ਵੀ ਜਿੰਨਾ ਟੈਕਸ ਅੱਜ ਵੀ ਸਰਕਾਰ ਨਾਲ ਉਹਨੇ ਵੀ ਕਾਰਮ ਲਿਆ, ਉਹ 10 ਸਾਲ ਓਨਾ ਹੀ ਟੈਕਸ ਦੇਊਗਾ। ਉਹ ਆਏ ਨਹੀਂ ਵੀ ਸਰਕਾਰ ਉਸ ਦੇ ਵਿੱਚ ਕੋਈ ਵਾਧਾ ਕਰੂਗੀ, ਵੀ ਜਿਵੇਂ 1 ਸਾਲ ਉਸ ਟੈਕਸ ਵੀ 5,000 ਦਿੱਤਾ, ਅਗਲੇ ਸਾਲ 5.5 ਕਰਤਾ, ਕਦੇ ਕਿੰਨਾ ਕਰਤਾ, ਨਹੀਂ। 10 ਸਾਲ ਸਰਕਾਰ ਨੂੰ ਓਨਾ ਹੀ ਟੈਕਸ ਲੈਣਾ ਪੈਂਦਾ ਸੀਗਾ, ਠੀਕ ਹੈ। ਪਰ ਬਾਅਦ ਦੇ ਵਿੱਚ ਇਹ ਵੀ ਸਿਸਟਮ ਸਹੀ ਨਾ ਲੱਗਿਆ, ਫਿਰ ਇਸ ਨੂੰ ਜਿਹੜਾ ਸੀ ਸਥਾਈ ਕੀਤਾ ਗਿਆ। ਇਹ ਮਾਰਚ 1793 ਈਸਵੀ ਦੇ ਵਿੱਚ ਸੀ ਜਿਹੜਾ ਉਹਨਾਂ ਨੇ ਕਾਰਨਵਾਲਿਸ ਨੇ ਜਿਹੜਾ ਸੀ ਡਾਇਰੈਕਟਰਾਂ ਦੀ ਸਹਾਇਤਾ ਦੇ ਨਾਲ ਜ਼ਿਮੀਂਦਾਰਾਂ ਦੇ ਨਾਲ ਸੀ ਜਿਹੜਾ ਇਹ ਬੰਦੋਬਸਤ ਕਰ ਲਿਆ ਕਿ ਜਿਹੜੀ ਜ਼ਮੀਨ ਹੈ ਅੱਡੋ ਅੱਡ ਜ਼ਮੀਨ ਸੀ ਜਿਹੜਾ ਅੱਡੋ ਅੱਡ ਜ਼ਿਮੀਂਦਾਰਾਂ ਨੂੰ ਸੰਭਾਤੀ, ਵੀ ਇਹਦੇ 'ਚੋਂ ਚਾਹੇ ਤੁਹਾਨੂੰ ਅੱਜ ਕਿੰਨੀ ਮਰਜ਼ੀ ਫਸਲ ਨਿਕਲਦੀ ਹੈ, ਕੱਲ੍ਹ ਨੂੰ ਚਾਹੇ ਕਿੰਨੀ ਮਰਜ਼ੀ ਨਿਕਲੇ, ਕਦੋਂ ਕਿੰਨੀ ਘੱਟ ਨਿਕਲੇ, ਵੱਧ ਨਿਕਲੇ, ਸਰਕਾਰ ਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿ ਤੁਸੀਂ 1 ਕਿੱਲੇ ਦਾ ਸਾਨੂੰ ਇੰਨਾ ਟੈਕਸ ਦੇਣਾ ਹੈ। ਇਹ ਟੈਕਸ ਜਿਹੜਾ ਸਾਲ ਬਾਅਦ ਦੇਣਾ, ਇਹ ਤੁਸੀਂ ਨੇ ਸਾਰੀ ਉਮਰ ਇਸੇ ਤਰੀਕੇ ਨਾਲ ਦੇਣਾ ਹੈ। ਸਾਲ ਬਾਅਦ ਜਾਂ ਕਿੰਨੇ ਵੀ ਸਾਲਾਂ ਬਾਅਦ ਟੈਕਸ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਊਗਾ, ਹਰੇਕ ਸਾਲ ਤੁਸੀਂ ਇੰਨਾ ਟੈਕਸ ਹੀ ਦੇਣਾ ਹੈ। ਇਹਦੇ ਨਾਲ ਸੀ ਜਿਹੜਾ ਇੱਕ ਗੱਲੋਂ ਕਿਸਾਨਾਂ ਨੂੰ ਫਾਇਦਾ ਵੀ ਹੋ ਗਿਆ ਸੀ, ਕਿਉਂਕਿ ਹੌਲੀ ਹੌਲੀ ਸਮਾਂ ਪਾ ਕੇ ਜਿਹੜਾ ਖੇਤੀਬਾੜੀ ਦੇ ਵਿੱਚ ਨਵੀਆਂ ਤਕਨੀਕਾਂ ਆਉਣ ਲੱਗੀਆਂ, ਜਿਹਦੇ ਨਾਲ ਜਿਹੜੀ ਸੀ ਫਸਲਾਂ ਵੱਧ ਹੋਣ ਲੱਗੀਆਂ, ਭਾਵ ਕਿ ਜਿਹੜਾ ਸੀ ਜ਼ਿਮੀਂਦਾਰਾਂ ਨੂੰ ਆਮਦਨ ਵੀ ਵੱਧ ਹੋਣ ਲੱਗੀ, ਕਿਉਂਕਿ ਵੱਧ ਫਸਲਾਂ ਵਿਕਣ ਲੱਗੀਆਂ। ਉੱਥੇ ਇਹਨਾਂ ਦਾ ਫਾਇਦਾ ਇਹ ਹੋਇਆ ਕਿ ਉੱਥੇ ਜਿਹੜਾ ਸੀ ਸਰਕਾਰ ਦਾ ਟੈਕਸ ਉਹ ਨਹੀਂ ਸੀ ਜਿਹੜਾ ਵੱਧ ਸਕਦਾ ਸੀ, ਕਿਉਂਕਿ ਸਰਕਾਰ ਨੇ ਉਸ ਨੂੰ ਸਥਾਈ ਕੀਤਾ ਸੀ, ਪੱਕਾ ਕੀਤਾ ਸੀ। ਸਾਰੀ ਜ਼ਿੰਦਗੀ ਸਰਕਾਰ ਉਸ ਨੂੰ ਵਧਾ ਨਹੀਂ ਸਕਦੀ ਸੀ। ਸੋ ਇਹ ਸੀਗਾ ਸਥਾਈ ਬੰਦੋਬਸਤ ਤੋਂ ਭਾਵ। ਅੱਗੇ ਆਪਾਂ ਗੱਲ ਕਰਦੇ ਹਾਂ ਸਥਾਈ ਬੰਦੋਬਸਤ ਦੀਆਂ ਸ਼ਰਤਾਂ ਦੀ। ਕੀ ਸ਼ਰਤਾਂ ਸੀਗੀਆਂ?
ਸਥਾਈ ਬੰਦੋਬਸਤ ਦੀਆਂ ਹੇਠ ਲਿਖੀਆਂ ਸ਼ਰਤਾਂ ਸੀ। ਜ਼ਿਮੀਂਦਾਰਾਂ ਨੂੰ ਸਰਕਾਰ ਵੱਲੋਂ ਜ਼ਮੀਨ ਦੇ ਮਾਲਕ ਜਾਂ ਸਵਾਮੀ ਮੰਨ ਲਿਆ ਗਿਆ ਸੀ। ਇਸ ਬੰਦੋਬਸਤ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਕਿਸਾਨਾਂ ਤੋਂ ਭੂਮੀ ਕਰ ਉਗਰਾਉਣ ਦਾ ਅਧਿਕਾਰ ਤਾਂ ਸੀ, ਪਰੰਤੂ ਉਹ ਜ਼ਮੀਨ ਦੇ ਮਾਲਕ ਨਹੀਂ ਸਮਝੇ ਜਾਂਦੇ ਸੀ। ਸੈਕਿੰਡ ਹੈਗਾ ਜ਼ਿਮੀਂਦਾਰਾਂ ਦਾ ਭੂਮੀ ਕਰ ਸੀ ਜਿਹੜਾ ਸਥਾਈ ਰੂਪ ਵਿੱਚ ਨਿਸ਼ਚਿਤ ਕਰ ਦਿੱਤਾ ਗਿਆ ਸੀ। ਭੂਮੀ ਦੀਆਂ ਦਰਾਂ ਬਹੁਤ ਉੱਚੀਆਂ ਨਿਯਤ ਕੀਤੀਆਂ ਗਈਆਂ ਸਨ, ਕਿਉਂਕਿ ਕਿਸੇ ਅਵਸਥਾ ਵਿੱਚ ਵੀ ਭੂਮੀ ਟੈਕਸ ਵਧਾਇਆ ਨਹੀਂ ਜਾ ਸਕਦਾ ਸੀ। ਭਾਵ ਕਿ ਸਰਕਾਰ ਨੇ ਜਿਹੜੀ ਇਹ ਟੈਕਸ ਦੀ ਰਕਮ ਰੱਖੀ ਸੀ ਇਹ ਪਹਿਲੀ ਬਹੁਤ ਜ਼ਿਆਦਾ ਰੱਖਤੀ ਸੀ, ਕਿਉਂਕਿ ਸਰਕਾਰ ਨੂੰ ਪਤਾ ਸੀ ਵੀ ਜੇ ਅੱਜ ਘੱਟ ਰੱਖਤੀ ਤਾਂ ਅੱਗੇ ਜਾ ਕੇ ਆਪਾਂ ਨੂੰ ਔਖਾ ਹੋ ਜਾਊਗਾ, ਕਿਉਂਕਿ ਸਥਾਈ ਬੰਦੋਬਸਤ ਦੇ ਅਕੋਰਡਿੰਗ ਆਪਾਂ ਇਹਨੂੰ ਕਦੇ ਵੀ ਵਧਾ ਨਹੀਂ ਸਕਦੇ। ਸਰਕਾਰ ਨੇ ਪਹਿਲੀ ਵਾਲੀ ਜ਼ਿਆਦਾ ਰਕਮ ਰੱਖਤੀ ਸੀ ਇਹਦੀ। ਤੀਸਰਾ ਸੀਗਾ ਸਰਕਾਰ ਜ਼ਿਮੀਂਦਾਰਾਂ ਤੋਂ ਭੂਮੀ ਕਰ ਦੇ ਬਿਨਾਂ ਹੋਰ ਕੋਈ ਟੈਕਸ ਨਹੀਂ ਲਊਗੀ, ਕਿ ਜਿਹੜੀ ਸਰਕਾਰ ਹੈ ਉਹ ਜ਼ਿਮੀਂਦਾਰਾਂ ਤੋਂ ਸਾਰੀ ਜ਼ਿੰਦਗੀ ਇਕੱਲਾ ਜ਼ਮੀਨ ਦਾ ਟੈਕਸ ਹੀ ਲਊਗੀ, ਜ਼ਮੀਨ ਦੇ ਟੈਕਸ ਤੋਂ ਇਲਾਵਾ ਹੋਰ ਕੋਈ ਟੈਕਸ ਨਹੀਂ ਲਊਗੀ। ਅੱਗੇ ਹੈਗਾ ਜ਼ਿਮੀਂਦਾਰਾਂ ਤੋਂ ਪੁਲਿਸ ਅਧਿਕਾਰ ਖੋਹ ਲਏ ਸੀ। ਪਹਿਲਾਂ ਜ਼ਿਮੀਂਦਾਰਾਂ ਕੋਲ ਪੁਲਿਸ ਅਧਿਕਾਰ ਹੁੰਦੇ ਸੀ ਪਰ ਇਹ ਖੋਹ ਲਏ ਸੀ। ਨੈਕਸਟ ਹੈਗਾ ਸਰਕਾਰ ਜ਼ਿਮੀਂਦਾਰਾਂ ਅਤੇ ਕਿਸਾਨਾਂ ਦੇ ਆਪਸੀ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗੀ। ਸਰਕਾਰ ਦਾ ਜਿਹੜਾ ਕੰਮ ਹੈ ਉਹ ਸਿਰਫ ਜ਼ਿਮੀਂਦਾਰਾਂ ਤੋਂ ਟੈਕਸ ਲੈਣਾ ਹੈ, ਉਸ ਤੋਂ ਇਲਾਵਾ ਜ਼ਿਮੀਂਦਾਰ ਕਿਸਾਨ ਨਾਲ ਕਿਵੇਂ ਮਰਜ਼ੀ ਸਮਝੇ ਇਹਦੇ ਵਿੱਚ ਸਰਕਾਰ ਜਿਹੜਾ ਕੋਈ ਵੀ ਰੋਲ ਅਦਾ ਨਹੀਂ ਕਰੂਗੀ, ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰੂਗੀ। ਅਗਲਾ ਹੈਗਾ ਉਹਨਾਂ ਨੇ ਇਹ ਵੀ ਸ਼ਰਤ ਸੀਗੀ ਕਿ ਜੇ ਜ਼ਿਮੀਂਦਾਰ ਕਿਸੇ ਕਾਰਨ ਸਰਕਾਰ ਨੂੰ ਨਿਸ਼ਚਿਤ ਟੈਕਸ ਨਹੀਂ ਦਿੰਦਾ ਤਾਂ ਸਰਕਾਰ ਉਸ ਦੀ ਜ਼ਮੀਨ ਦਾ ਕੁਝ ਭਾਗ ਵੇਚ ਕੇ ਆਪਣਾ ਜਿਹੜਾ ਟੈਕਸ ਦੀ ਰਕਮ ਹੈ ਉਹ ਪੂਰੀ ਕਰ ਲਏਗੀ।